शराब पिलाਉਂਦਾ ਹੁੰਦਾ ਸੀਗਾ। ਇਹਨੂੰ ਥੋੜੇ ਬਹੁਤ ਪੈਸੇ 200 300 500 ਦੇ ਕੇ ਸ਼ਰਾਬ ਲਈ ਬੁਲਾ ਲੈਂਦਾ ਹੁੰਦਾ ਸੀ। ਇਸ ਗੱਲ ਤੋਂ ਇਹਦੇ ਘਰ ਦੇ ਬਹੁਤ ਦੁਖੀ ਸੀਗੇ, ਇਹਦੀ ਵਾਈਫ ਬਹੁਤ ਦੁਖੀ ਸੀ। ਇਹਨਾਂ ਲੋਕਾਂ ਨੇ ਉਹਨੂੰ ਗੁੰਮਰਾਹ ਕਰਕੇ ਕਿਡਨੈਪ ਕਰਕੇ ਉਹਨਾਂ ਦੀ ਹੱਤਿਆ ਕੀਤੀ ਆ। ਆਪਣੇ ਆਪ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਮੇਰੀ ਡੈਥ ਹੋ ਗਈ। ਗੁਰਪ੍ਰੀਤ ਸਿੰਘ ਕਹਿੰਦਾ ਇਹਨਾਂ ਨੇ ਕਲੇਮ ਲੈਣਾ ਸੀ 4.5 ਕਰੋੜ ਰੁਪਏ ਦਾ। ਜਦੋਂ ਉੱਥੇ ਅਸੀਂ ਡੀਪਲੀ ਇਨਵੈਸਟੀਗੇਟ ਕਰਨ ਲੱਗੇ ਤੇ ਉੱਥੇ ਅਸੀਂ ਸਾਰਾ ਫੋਰੈਂਸਿਕ ਰਿਕਾਰਡ ਕਢਾਇਆ ਤਾਂ ਇਹ ਮਾਮਲਾ ਬਹੁਤ ਹੀ ਸ਼ੱਕੀ ਲੱਗਣ ਲੱਗਿਆ ਤੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਮਰਨ ਵਾਲਾ ਬੰਦਾ ਸੀਗਾ ਉਹ ਗੁਰਪ੍ਰੀਤ ਨਹੀਂ ਸੀ। ਮੇਰੇ ਹਸਬੈਂਡ ਨੂੰ ਮਾਰ ਕੇ ਉੱਥੇ ਉਹਨਾਂ ਦੀ ਬਾਡੀ ਦਾ ਸੰਸਕਾਰ ਕੀਤਾ ਫੁੱਲ ਚੁੱਕੇ ਤੇ ਸਾਨੂੰ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ। ਮੈਂ ਚਾਹੁੰਦੀ ਹਾਂ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿਵਾਓ। ਫਾਂਸੀ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੀ ਚਾਹੀਦੀ ਹੈ ਤੇ ਕਦੇ ਜੇਲ੍ਹ ਚੋਂ ਬਾਹਰ ਨਹੀਂ ਆਉਣੇ ਚਾਹੀਦੇ ਜੇ ਆ ਕੇ ਕਿਸੇ ਹੋਰ ਦਾ ਘਰ ਬਰਬਾਦ ਕਰਦੇ ਨੇ। ਪੁਲਿਸ ਦੀ ਗ੍ਰਿਫਤ 'ਚ ਨਜ਼ਰ ਆ ਰਹੇ ਇਨ੍ਹਾਂ ਮੁਲਜ਼ਮਾਂ ਦੇ ਵੱਲੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਸੌਖੇ ਢੰਗ ਦੇ ਨਾਲ ਕਰੋੜਾਂ ਰੁਪਏ ਕਮਾਉਣਾ ਸੀ। ਮਾਮਲਾ ਫਤਿਹਗੜ੍ਹ ਸਾਹਿਬ ਦਾ ਹੈ, ਜਿੱਥੇ ਕਰੋੜਾਂ ਰੁਪਏ ਦਾ ਬੀਮਾ ਲੈਣ ਲਈ ਫਿਲਮੀ ਅੰਦਾਜ਼ 'ਚ ਇੱਕ ਵਿਅਕਤੀ ਨਾਲ ਦੋਸਤੀ ਪਾ ਕੇ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨਾਲ ਕਿਸੇ ਹੋਰ ਦੀ ਮੌਤ ਦਾ ਡਰਾਮਾ ਰਚਿਆ ਗਿਆ। ਉਹ ਬੰਦਾ ਜਿਹੜਾ ਹੈਗਾ ਕਿਤੇ ਮਿਲ ਨਹੀਂ ਰਿਹਾ ਸੀਗਾ ਤੇ ਮਿਸਿੰਗ ਲੱਗ ਰਿਹਾ ਸੀ ਤੇ ਉਹਦੀ ਫੈਮਿਲੀ ਨੂੰ ਪੂਰਾ ਸ਼ੱਕ ਸੀਗਾ ਵੀ ਇਹਦੇ ਵਿੱਚ ਕੋਈ ਗੜਬੜ ਹੈ ਤੇ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਫਤਿਹਗੜ੍ਹ ਸਾਹਿਬ ਪੁਲਿਸ ਦੀ ਜੋ ਟੀਮ ਹੈ ਉਹਨਾਂ ਨੇ ਇਸ ਬੰਦੇ ਦੀ ਭਾਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਜਦੋਂ ਭਾਲ ਸ਼ੁਰੂ ਕੀਤੀ ਤਾਂ ਡੀਐਸਪੀ ਪੀਪੀਆਈ ਗੁਰਬੰਸ ਬੈਂਸ ਦੀ ਟੀਮ ਨੇ ਇਹ ਗੱਲ ਇਸਟੈਬਲਿਸ਼ ਕਰਤੀ ਸੀਗੀ ਕਿ ਮਰਨ ਤੋਂ 15-20 ਦਿਨ ਪਹਿਲਾਂ ਤੋਂ ਇਹ ਇੱਕ ਗੁਰਪ੍ਰੀਤ ਨਾਮ ਦੇ ਬੰਦੇ ਦੇ ਨਾਲ ਹੀ ਟੱਚ ਸੀਗਾ ਜੋ ਕਿ ਹੁਸੈਨਪੁਰ ਦਾ ਰਹਿਣ ਵਾਲਾ ਸੀਗਾ। ਇਹ ਜਿਹੜਾ ਗੁਰਪ੍ਰੀਤ ਨਾਮ ਦਾ ਬੰਦਾ ਸੀਗਾ ਇਹ ਇਸ ਨੂੰ ਸ਼ਰਾਬ ਪਿਲਾਉਂਦਾ ਹੁੰਦਾ ਸੀਗਾ। ਇਹਨੂੰ ਥੋੜੇ ਬਹੁਤ ਪੈਸੇ 200 300 500 ਦੇ ਕੇ ਸ਼ਰਾਬ ਲਈ ਬੁਲਾ ਲੈਂਦਾ ਹੁੰਦਾ ਸੀ। ਇਸ ਗੱਲ ਤੋਂ ਇਹਦੇ ਘਰ ਦੇ ਬਹੁਤ ਦੁਖੀ ਸੀਗੇ, ਇਹਦੀ ਵਾਈਫ ਬਹੁਤ ਦੁਖੀ ਸੀ। ਇਸ ਗੱਲ ਤੇ ਇਹਦੀ ਵਾਈਫ ਨੇ ਜਿਹੜਾ ਹੈ ਗੁੱਸਾ ਵੀ ਜ਼ਾਹਰ ਕੀਤਾ ਸੀਗਾ। ਜਦੋਂ ਸਾਨੂੰ ਇਸ ਗੱਲ ਦਾ ਪਤਾ ਚੱਲਿਆ ਤੇ ਅਸੀਂ ਗੁਰਪ੍ਰੀਤ ਸਿੰਘ ਬਾਰੇ ਹੋਰ ਇਨਵੈਸਟੀਗੇਟ ਕਰਨ ਲੱਗੇ ਤਾਂ ਇਹ ਪਤਾ ਚੱਲਿਆ ਕਿ ਗੁਰਪ੍ਰੀਤ ਸਿੰਘ ਮਰ ਚੁੱਕਾ ਹੈ। ਉਹਦੀ ਮੌਤ ਦਾ ਜੋ ਵੇਰਵਾ ਦਿੱਤਾ ਗਿਆ ਉਹਦੇ ਘਰਦਿਆਂ ਵੱਲੋਂ ਇਹ ਦਿੱਤਾ ਗਿਆ ਕਿ ਉਹ ਐਕਸੀਡੈਂਟ 'ਚ ਮਰ ਗਿਆ ਤੇ 304 ਇਹਦਾ ਜਿਹੜਾ ਪਰਚਾ ਵੀ ਹੈ ਉਹ ਬਸੰਤਪੁਰੇ ਚੌਂਕੀ 'ਚ ਦਰਜ ਹੈ। ਜਦੋਂ ਉੱਥੇ ਅਸੀਂ ਡੀਪਲੀ ਇਨਵੈਸਟੀਗੇਟ ਕਰਨ ਲੱਗੇ ਤੇ ਉੱਥੇ ਅਸੀਂ ਸਾਰਾ ਫੋਰੈਂਸਿਕ ਰਿਕਾਰਡ ਕਢਾਇਆ ਤਾਂ ਇਹ ਮਾਮਲਾ ਬਹੁਤ ਹੀ ਸ਼ੱਕੀ ਲੱਗਣ ਲੱਗਿਆ ਤੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਮਰਨ ਵਾਲਾ ਬੰਦਾ ਸੀਗਾ ਉਹ ਗੁਰਪ੍ਰੀਤ ਨਹੀਂ ਸੀ। ਤੇ ਜਦੋਂ ਉਹਦੀ ਫੋਟੋਜ਼ ਦੀ ਬੋਡੀ ਦੀ ਸ਼ਨਾਖਤ ਜਿਹੜੀ ਹੈ ਸੁਖਦੀਪ ਦੀ ਫੈਮਿਲੀ ਤੋਂ ਜੀਵਨਜੋਤ ਕੌਰ ਉਹਦੀ ਵਾਈਫ ਉਹਦੀ ਸਿਸਟਰ ਤੇ ਮਦਰ ਤੋਂ ਕਰਾਈ ਗਈ ਤਾਂ ਉਹਨਾਂ ਨੇ ਕਲੀਅਰ ਤੌਰ ਤੇ ਪਛਾਣਿਆ ਕਿ ਇਹ ਜਿਹੜਾ ਹੈਗਾ ਇਹ ਸਾਡਾ ਬੇਟਾ ਹੈ ਤੇ ਇਹਦੇ ਵਿੱਚ ਵੀ ਕਈ ਫੋਰੈਂਸਿਕ ਟੂਲਸ ਦੀ ਵਰਤੋਂ ਕੀਤੀ ਗਈ ਸੀ। ਇੱਕ ਬੜਾ ਕਲੀਅਰ ਐਵੀਡੈਂਸ ਕਿਉਂਕਿ ਬੋਡੀ ਇੰਨੀ ਬੁਰੀ ਤਰੀਕੇ ਨਾਲ ਇਹਨਾਂ ਨੇ ਮੈਂਗਲ ਕੀਤੀ, ਇੰਨੀ ਬੁਰੀ ਤਰੀਕੇ ਦੇ ਨਾਲ ਬੋਡੀ ਨੂੰ ਡਿਸਟਰੋਏ ਕੀਤਾ ਤਾਂ ਜੋ ਉਹਦੀ ਸ਼ਨਾਖਤ ਦੇ ਵਿੱਚ ਪੁਲਿਸ ਸ਼ਨਾਖਤ ਨਾ ਕਰ ਸਕੇ। ਇਹ ਇਹਨਾਂ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਤਾਂ ਕਿ ਇਹ ਜਿਹੜਾ ਪੁਲਿਸ ਨੂੰ ਮਿਸਗਾਈਡ ਕਰ ਸਕਣ, ਉਹਦੀ ਸ਼ਕਲ ਬਿਲਕੁਲ ਮੈਂਗਲ ਕਰਤੀ। ਤੇ ਦੂਜੀ ਗੱਲ ਜਿਸ ਗੱਲ ਤੇ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਹੈ ਕਿ ਫੈਮਿਲੀ ਮੈਂਬਰਸ ਹੀ ਆ ਕੇ ਸ਼ਨਾਖਤ ਕਰਦੇ ਨੇ। ਇਸ ਕੇਸ 'ਚ ਉਹਦੀ ਫੈਮਿਲੀ ਹੀ ਉਹ ਕਨਸਪੀਰੇਟਰ ਹੈ, ਹਮ ਮਸ਼ਵਰਾ ਸੀ। ਉਹਨਾਂ ਨੇ ਆ ਕੇ ਉੱਥੇ ਕਹਿਤਾ, ਉਹਦੀ ਵਾਈਫ ਨੇ ਆ ਕੇ ਉੱਥੇ ਰਿਕਾਰਡ ਲਿਖਾਤਾ, ਬਿਆਨ ਵੀ ਲਿਖਾਤਾ ਕਿ ਜੀ ਇਹ ਮੇਰਾ ਹਸਬੈਂਡ ਹੈ। ਤਾਂ ਇਸ ਤਰੀਕੇ ਦੇ ਨਾਲ ਜੋ ਪੂਰੇ ਇਸ ਕੇਸ ਦਾ ਖੁਲਾਸਾ ਹੋਇਆ ਉਹ ਇਹ ਅਸਲ 'ਚ ਗੱਲ ਇਹ ਨਿਕਲੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀ ਉਹਨੇ ਆਪਣੀ ਮੌਤ ਫੇਕ ਕੀਤੀ। ਉਹਨੇ ਆਪਣੀ ਮੌਤ ਦਾ ਇੱਕ ਡਰਾਮਾ ਰਚਿਆ ਤੇ ਇਸ ਡਰਾਮੇ ਦੇ ਵਿੱਚ ਇੱਕ ਨਿਰਦੋਸ਼ ਤੇ ਇਨੋਸੈਂਟ ਬੰਦੇ ਦਾ ਕੋਲਡ ਬਲੱਡਡ ਮਰਡਰ ਕੀਤਾ। ਇਸ ਮਰਡਰ ਦੇ ਵਿੱਚ ਜਿਹੜੇ ਹੋਰ ਬੰਦੇ ਇਨਵੋਲਵਡ ਸੀਗੇ ਉਹ ਸੀਗੇ ਇੱਕ ਇੰਸ਼ੋਰੈਂਸ ਏਜੰਟ ਰਾਕੇਸ਼ ਸ਼ਰਮਾ, ਜਿਨ੍ਹਾਂ ਨੇ ਇਹਨਾਂ ਨੂੰ ਇਹ ਆਈਡੀਆ ਦਿੱਤਾ ਸੀਗਾ ਕਿ ਤੁਸੀਂ ਐਕਸੀਡੈਂਟਲ ਇੰਸ਼ੋਰੈਂਸ ਕਰਾ ਲਓ। ਇਹਨਾਂ ਦੀਆਂ 3 ਅੱਡ-ਅੱਡ ਇੰਸ਼ੋਰੈਂਸ ਪਾਲਿਸੀਜ਼ ਕੀਤੀਆਂ ਸੀਗੀਆਂ, ਗੁਰਪ੍ਰੀਤ ਸਿੰਘ ਦੀ 2 ਕਰੋੜ ਦੀ ਤੇ ਇੱਕ 1 ਕਰੋੜ ਦੀ ਤੇ ਇੱਕ ਹੋਰ 1 ਕਰੋੜ ਦੀ, ਤਾਂ ਜੋ ਐਕਸੀਡੈਂਟਲ ਡੈਥ ਦਿਖਾ ਕੇ ਇਹ ਇੰਸ਼ੋਰੈਂਸ ਕਲੇਮ ਕਰ ਸਕਣ। ਇਹਦਾ ਜਿਹੜਾ ਪ੍ਰਾਈਮ ਮੂਵਰ ਹੈ ਇਸ ਕ੍ਰਾਈਮ ਦਾ, ਜੋ ਇਹਦਾ ਸਭ ਤੋਂ ਵੱਡਾ ਜਿਹਨੇ ਸਾਰੀ ਇਹ ਪੂਰੀ ਕਨਸਪੀਰੇਸੀ ਰਚੀ ਹੈ ਉਹ ਸੁਖਿੰਦਰ ਸੰਘਾ ਹੈ, ਜੋ ਕਿ ਭਗਨਾਣੇ ਪਿੰਡ ਦਾ ਰਹਿਣ ਵਾਲਾ ਹੈ। ਇਹਨੇ ਜਿਹੜੇ ਇਸ ਕੇਸ ਦੇ ਵਿੱਚ ਹੋਰ ਮਿਲਦੇ ਜੁਲਦੇ ਜਿਹੜੇ ਇਹਨਾਂ ਦੇ ਨਾਲ ਕੋ ਅਕਿਊਜ਼ ਸੀ, ਜਿੱਤੋਂ ਇਹਨਾਂ ਨੇ ਕਿਸੇ ਇੱਕ ਬੰਦੇ ਤੋਂ ਦਵਾਈ ਮੰਗਾਈ, ਜਿਹੜੀ ਦਵਾਈ ਸ਼ਰਾਬ ਦੇ ਵਿੱਚ ਪਿਲਾ ਕੇ ਮ੍ਰਿਤਕ ਨੂੰ ਪਿਲਾਈ ਤਾਂ ਜੋ ਉਹ ਬੇਹੋਸ਼ ਰਹੇ ਤੇ ਉਹਨੂੰ ਪਤਾ ਨਾ ਚੱਲੇ। ਉਹਨੂੰ ਬੇਹੋਸ਼ ਕਰਕੇ ਫਿਰ ਉਹਦੇ ਉੱਤੇ ਦੀ ਇਹਨਾਂ ਨੇ ਟਰੱਕ ਲੰਘਾਤਾ
2 ਵਾਰੀ ਟਰੱਕ ਮੰਗਾਇਆ ਤਾਂ ਜੋ ਜਿਹੜੀ ਹੈ ਡੈਡ ਬੋਡੀ ਉਹ ਕੰਪਲੀਟਲੀ ਇਹ ਡਿਸਟਰੋਏ ਕਰ ਦੇਣ। ਉਸ ਤੋਂ ਬਾਅਦ ਇਹਨਾਂ ਦੀ ਸਾਜ਼ਿਸ਼ ਸੀ ਉਹ ਇਸ ਹੱਦ ਤੱਕ ਗਈ ਕਿ ਇਹਨਾਂ ਨੇ ਉਸੇ ਸ਼ਾਮ ਨੂੰ ਇਹਦਾ ਸੰਸਕਾਰ ਕਰ ਦਿੱਤਾ ਤੇ ਕੋਈ ਵੀ ਜਿਹੜਾ ਹੈ ਬੋਡੀ ਦਾ ਕੋਈ ਐਵੀਡੈਂਸ ਨਹੀਂ ਛੱਡਿਆ ਤੇ ਉਹ ਸਾਰਾ ਕੁਝ ਹੀ ਇਹਨਾਂ ਨੇ ਕਰਤਾ, ਖੁਦ ਕਰਤਾ। ਇਸੇ ਕਰਕੇ ਅਸੀਂ 201 ਲਾਇਆ ਸੈਕਸ਼ਨ ਵਿੱਚ। ਕੌਣ गिरफ्तार ਹਾਂਜੀ ਅੱਛਾ, ਇਹਦੇ ਵਿੱਚ ਜੋ ਮੈਂ ਤੁਹਾਨੂੰ ਇਸ ਕੇਸ ਦੇ ਬਾਰੇ ਦੱਸ ਰਹੀ ਸੀਗੀ ਕਿ ਜੋ ਇਸ ਤਰੀਕੇ ਜੋ ਇਹ ਪੂਰੀ ਸਾਜ਼ਿਸ਼ ਹੈ, ਇਹਦਾ ਜਿਹੜਾ ਵਜ੍ਹਾ ਜੇ ਆਪਾਂ ਲਾਈਏ ਮਤਲਬ ਇਹਦੀ ਪੂਰੀ ਇਹਨੇ ਹੀਨੀਅਸ ਤੇ ਘਿਨੌਣੇ ਮਰਡਰ ਦੀ, ਉਹ ਸੀਗਾ ਪੈਸਾ। ਇਹਨਾਂ ਨੇ ਈਜ਼ੀ ਮਨੀ ਜਿਹੜਾ ਹੈਗਾ ਇਹ ਸੋਚਣ ਦਾ, ਇਹਨਾਂ ਨੇ ਕਮਾਉਣ ਦਾ ਇਹ ਤਰੀਕਾ ਬਣਾਇਆ ਸੀਗਾ। ਇਹਨਾਂ ਨੇ 2 ਹੋਰ ਬੰਦੇ ਵੀ ਆਈਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਬੁਲਾਇਆ, ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਇਸੇ ਮੰਤਵ ਨਾਲ ਕਿ ਇਹਨੂੰ ਟਰੈਪ ਕਰਕੇ, ਦੋਸਤੀ ਕਰਕੇ, ਸ਼ਰਾਬ ਪਿਲਾ ਕੇ, ਇਹਨੂੰ ਬੇਹੋਸ਼ ਕਰਕੇ ਇਹਦਾ ਇਹੋ ਜਿਹਾ ਅਸੀਂ ਐਕਸੀਡੈਂਟ ਕਰ ਦਾਂਗੇ। ਇਸ ਕੇਸ ਦੇ ਵਿੱਚ ਵੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕੋਈ ਬਾਇਓਲੋਜੀਕਲ ਐਵੀਡੈਂਸ ਉਸ ਬੰਦੇ ਦਾ ਨਾ ਛੱਡੇ, ਨਾ ਰਹੇ ਕੁਝ ਵੀ ਮ੍ਰਿਤਕ ਦਾ। ਪਰ ਫਤਿਹਗੜ੍ਹ ਸਾਹਿਬ ਪੁਲਿਸ ਨੇ ਬਹੁਤ ਹੀ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਬਾਇਓਲੋਜੀਕਲ ਸੈਂਪਲਸ ਅਸੀਂ ਇਹਦੇ ਵੱਖ-ਵੱਖ ਥਾਂ ਤੋਂ ਪੂਰੀ ਚੇਨ ਆਫ ਐਵੀਡੈਂਸ ਨੂੰ ਬਿਲਡ ਕਰਕੇ ਜਿੱਥੇ ਕਿਸੇ ਵੀ ਸਾਨੂੰ ਬਾਇਓਲੋਜੀਕਲ ਐਵੀਡੈਂਸ ਮਿਲਣ ਦਾ ਸ਼ੱਕ ਸੀ, ਅਸੀਂ ਉਹ ਰਿਕਵਰ ਕਰਾ ਕੇ ਅਸੀਂ ਉਹਦੀ ਜਿਹੜੀ ਹੈ ਡੈਥ ਨੂੰ ਅਸੀਂ ਐਸਟੈਬਲਿਸ਼ ਕੀਤਾ ਹੈ। ਉਧਰ ਇਸ ਮਾਮਲੇ 'ਚ ਮ੍ਰਿਤਕ ਸੁਖਜੀਤ ਦੀ ਪਤਨੀ ਨੇ ਇਹਨਾਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜੀਵਨਦੀਪ ਕੌਰ ਹੈ, ਮੇਰੇ ਹਸਬੈਂਡ ਦਾ ਨਾਮ ਸੁਖਜੀਤ ਸਿੰਘ ਆ। ਇਹਨਾਂ ਲੋਕਾਂ ਨੇ ਉਹਨੂੰ ਗੁੰਮਰਾਹ ਕਰਕੇ, ਕਿਡਨੈਪ ਕਰਕੇ ਉਹਨਾਂ ਦੀ ਹੱਤਿਆ ਕੀਤੀ ਆ। ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਮੇਰੀ ਡੈਥ ਹੋ ਗਈ। ਗੁਰਪ੍ਰੀਤ ਸਿੰਘ ਕਹਿੰਦਾ ਇਹਨਾਂ ਨੇ ਕਲੇਮ ਲੈਣਾ ਸੀ 4.5 ਕਰੋੜ ਰੁਪਏ ਦਾ ਤੇ ਮੇਰੇ ਹਸਬੈਂਡ ਨੂੰ ਮਾਰ ਕੇ ਉੱਥੇ ਉਹਨਾਂ ਦੀ ਬਾਡੀ ਦਾ ਸੰਸਕਾਰ ਕੀਤਾ ਫੁੱਲ ਚੁੱਕੇ ਆ ਤੇ ਸਾਨੂੰ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ। ਮੈਂ ਚਾਹੁੰਦੀ ਹਾਂ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿਵਾਓ। ਫਾਂਸੀ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੀ ਚਾਹੀਦੀ ਹੈ ਤੇ ਕਦੇ ਜੇਲ੍ਹ 'ਚੋਂ ਬਾਹਰ ਨਹੀਂ ਆਉਣੇ ਚਾਹੀਦੇ ਜੇ ਆ ਕੇ ਕਿਸੇ ਹੋਰ ਦਾ ਘਰ ਬਰਬਾਦ ਕਰ ਦੇਣਗੇ। ਜਿਸ ਤਰ੍ਹਾਂ ਪੁਲਿਸ ਨੇ ਟ੍ਰੇਸ ਕੀਤਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਵੇਂ ਪੁਲਿਸ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਹੱਥ ਜੋੜ ਕੇ, ਜਿਨ੍ਹਾਂ ਨੇ ਮੇਰੀ ਇੱਕ ਛੋਟੀ ਜਿਹੀ ਐਪਲੀਕੇਸ਼ਨ ਦਿੱਤੀ ਹੋਈ ਤੇ ਐਡੀ ਵੱਡੀ ਕਾਰਵਾਈ ਕਰਕੇ ਮੇਰੇ ਪਤੀ ਨੂੰ ਇਨਸਾਫ ਦਿਵਾਇਆ। ਤੁਹਾਡਾ ਕੀ ਨਾਮ ਹੈ? ਜੀਵਨਦੀਪ। ਹਸਬੈਂਡ ਦਾ ਕੀ ਨਾਮ ਸੀ? ਸੁਖਜੀਤ ਸਿੰਘ। ਤੁਹਾਨੂੰ ਕਿਵੇਂ ਸ਼ੱਕ ਹੋਇਆ ਸੀ ਕਿ ਜੀ? ਕਿਉਂਕਿ ਉਹ ਇਹਨਾਂ ਦੇ ਨਾਲ ਰਹਿੰਦੇ ਸੀ, ਇਹਨਾਂ ਦੇ ਫੋਨ ਉਹਨਾਂ ਨੂੰ ਜਾਂਦੇ ਸੀ ਤੇ ਉਹ ਇਹਨਾਂ ਨੂੰ ਕਰਦੇ ਸੀ। ਜਿਸ ਦਿਨ ਇਹ ਘਰੋਂ ਗਏ ਆ, ਗੁਰਪ੍ਰੀਤ ਸਿੰਘ ਨੇ ਹੀ ਇਹਨਾਂ ਨੂੰ ਫੋਨ ਕਰਕੇ ਬੁਲਾਇਆ। ਫਿਰ ਮੈਂ ਰਾਤ ਨੂੰ 10:30 ਵਜੇ ਜਦ ਫੋਨ ਕੀਤਾ, ਮੇਰੇ ਹਸਬੈਂਡ ਨੇ ਫੋਨ ਚੱਕਿਆ ਨਹੀਂ। ਜਦ ਮੈਂ ਗੁਰਪ੍ਰੀਤ ਨੂੰ ਕੀਤਾ, ਉਹਨਾਂ ਨੇ ਵੀ ਨਹੀਂ ਚੱਕਿਆ। ਦੂਜੇ ਦਿਨ ਮੈਂ ਉਹਨਾਂ ਦੀ ਸਿਸਟਰ ਨੂੰ ਗੁਰਪ੍ਰੀਤ ਦੇ ਘਰੇ ਭੇਜਿਆ ਜਾਂ ਸਾਨੂੰ ਪਤਾ ਲੱਗਿਆ ਵੀ ਰੋਡ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ, ਪਰ ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਬਿਲਕੁਲ ਇਨਕਾਰ ਕਰਤਾ। ਫਿਰ ਹੌਲੀ-ਹੌਲੀ ਸਾਡਾ ਸ਼ੱਕ ਵੱਧਦਾ ਚਲਿਆ ਗਿਆ। ਫਿਰ ਅਸੀਂ ਐਸਐਸਪੀ ਮੈਡਮ ਕੋਲ ਆਪਣੀ ਦਰਖਾਸਤ ਲੈ ਕੇ ਆਏ ਸੀ, ਉਹਨਾਂ ਨੇ ਸਾਡੀ ਪੂਰੀ ਸੁਣਵਾਈ ਕੀਤੀ। ਦੱਸਦੇ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਕਾਰੋਬਾਰ ਵਿੱਚ ਘਾਟਾ ਪੈ ਰਿਹਾ ਸੀ, ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਕੁਝ ਮਹੀਨਿਆਂ ਤੋਂ ਗਲਤ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਰੋੜਾਂ ਦਾ ਬੀਮਾ ਲੈਣ ਲਈ ਆਪਣੇ ਹੀ ਦੋਸਤ ਦਾ ਕਤਲ ਕਰਕੇ ਆਪਣੀ ਮੌਤ ਦਾ ਡਰਾਮਾ ਰਚਿਆ ਅਤੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਦੇ ਵੱਲੋਂ ਹਿਊਮਨ ਇੰਟੈਲੀਜੈਂਸ ਤਕਨੀਕੀ ਸਾਧਨਾਂ ਦੀ ਮਦਦ ਨਾਲ ਸੁਲਝਾ ਲਿਆ ਗਿਆ। ਫਤਿਹਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਚਵਾਣਾ, ਪੰਜਾਬੀ ਲੋਕ ਚੈਨਲ।